So plus 2 class artificial methods of vegetative propagations we are going on. Okay, so layering पढ़ ली, cutting. Now next method is grafting. So it is the most common method of vegetative propagation described by the ancient gardeners long before the science of horticulture है ना। सो पता ही होना है किहड़ी ब्रांच हैगी है साइंस की जिहड़ी कि डील करती है प्लांट्स दे नाल है ना, उन्होंने कहते हॉर्टिकल्चर। इस मैथड दे विच की कीता जांदा, टू प्लांट्स जो हैगे है वो ज्वाइन कीते जांदे है तां जो वो कल नूं की बन जाए एक प्लांट बन जाए है ना। सो ग्राफ्टिंग जिहड़ी कीती जांदी है क्लोजली रिलेटेड डाईकोटिलिडनस प्लांट्स। हुण मैं नहीं दसना कि मोनोकोट्स की हुंदे आ ते डाईकोट्स की हुंदे आ, प्लस 1 दे विच पढ़िया होया। डाईकोट्स जिहड़े हुंदे ਆ ਉਹਨਾਂ ਦੇ ਕੋਲ ਨਾ ਵੈਸਕੂਲਰ ਕੈਂਬੀਅਮ ਪ੍ਰੈਜ਼ੈਂਟ ਹੁੰਦਾ, ਜ਼ਾਈਲਮ ਐਂਡ ਫਲੋਇਮ ਦੇ ਵਿਚਕਾਰ ਕੈਂਬੀਅਮ ਪ੍ਰੈਜ਼ੈਂਟ ਹੁੰਦਾ, ਤਾਂ ਹੀ ਦੋ ਪਾਰਟਸ ਜਿਹੜੇ ਹੈਗੇ ਪਲਾਂਟ ਦੇ ਈਜ਼ਲੀ ਜੁਆਇਨ ਕਰ ਸਕਦੇ ਆ। ਗ੍ਰਾਫਟਿੰਗ ਦੇ ਲਈ ਜਿਹੜਾ ਰੂਟਡ ਪਾਰਟ ਹੈ, ਸੋ ਜਿਹੜਾ ਪਾਰਟ ਜਿਹੜਾ ਹੈਗਾ ਪਲਾਂਟ ਦਾ ਹੈ ਨਾ ਜਿਹਦੇ ਤੋਂ ਜਿਹਨੂੰ ਰੂਟਸ ਲੱਗੀਆਂ ਹੋਈਆਂ ਨੇ ਹੈ ਨਾ, ਮਿੱਟੀ ਦੇ ਵਿੱਚ ਅਸੀਂ ਦਬਾਇਆ ਉਹਨੂੰ ਸਟੋਕ ਕਹਿੰਦੇ ਆ ਹੈ ਨਾ। ਅਤੇ ਉਹਦੇ ਉੱਪਰ ਜਿਹੜੀ ਤੁਸੀਂ ਟੁਕੜਾ ਟਵਿਗ, ਇਹਨਾਂ ਦਾ ਪਤਾ ਹੀ ਹੋਣਾ ਕਿ ਪਲਾਂਟ ਦੇ ਇੱਕ ਟੁਕੜੇ ਨੂੰ ਟਵਿਗ ਕਹਿੰਦੇ ਆ। ਜਿਹੜਾ ਟਵਿਗ ਦਾ ਟੁਕੜਾ ਜਿਹੜਾ ਹੈਗਾ ਤੁਸੀਂ ਉੱਪਰ ਲਗਾਉਣਾ ਉਹਨੂੰ ਸਕਾਇਓਨ ਕਹਿੰਦੇ ਆ। ਮੈਂ ਇੱਕ ਵਾਰੀ ਫਿਰ ਤੋਂ ਦੁਬਾਰਾ ਰਿਪੀਟ ਕਰਨ ਲੱਗੀ ਹਾਂ, ਮੈਂ ਗ੍ਰਾਫਟਿੰਗ ਪੜ੍ਹਾ ਰਹੀ ਹਾਂ ਜਿਹਦੇ ਵਿੱਚ ਕੀ ਸੀਗੇ ਕਿ ਦੋ ਪਾਰਟਸ ਅਸੀਂ ਯੂਜ਼ ਕਰਦੇ ਹਾਂ ਸਿਮਿਲਰ ਪਲਾਂਟਸ ਦੇ ਹੈ ਨਾ। ਉਹਦੇ ਵਿੱਚੋਂ ਦੀ ਜਿਹੜਾ ਪਾਰਟ ਥੱਲੇ ਹੁੰਦਾ ਹੈ ਜ਼ਮੀਨ ਦੇ ਵਿੱਚ ਲਗਾਉਣਾ ਹੁੰਦਾ ਉਹਨੂੰ ਸਟੋਕ ਕਹਿੰਦੇ ਆ। ਉਹਦੇ ਉੱਪਰ ਜਿਹੜਾ ਤੁਸੀਂ ਸਟੈਮ ਦਾ ਟੁਕੜਾ ਲਗਾ ਰਹੇ ਹੋ ਹੈ ਨਾ, ਉਹਦੇ ਉੱਤੇ ਫਿੱਟ ਕਰ ਰਹੇ ਹੋ ਉਹਨੂੰ ਸਕਾਇਓਨ ਕਹਿੰਦੇ ਆ। ਓਕੇ, ਅੱਛਾ, ਜਿਹੜਾ ਰੂਟ ਵਾਲਾ ਸਟੋਕ ਵਾਲਾ ਹਿੱਸਾ ਹੈਗਾ ਉਹ ਜ਼ਿਆਦਾ ਕਰਕੇ ਪਲਾਂਟ ਦੀ ਕਿਹੜੀ ਵੈਰਾਈਟੀ ਤੋਂ ਲਿਆ ਜਾਂਦਾ, ਜਿਹੜੀ ਵਾਈਲਡ ਵੈਰਾਈਟੀ ਹੁੰਦੀ ਹੈ। ਕੋਈ ਵੀ ਜੰਗਲੀ ਪਲਾਂਟ ਜਿਹੜਾ ਹੈਗਾ, ਕਿਉਂਕਿ ਉਹ ਕਿੱਦਾਂ ਦਾ ਰੂਟ ਵਾਲਾ ਪਾਰਟ ਹੋਣਾ ਚਾਹੀਦਾ, ਰੈਜ਼ਿਸਟੈਂਟ ਟੂ ਡਿਜ਼ੀਜ਼ਿਸ, ਉਹਨੂੰ ਡਿਜ਼ੀਜ਼ਿਸ ਨਾ ਲੱਗਦੀਆਂ ਹੋਣ, ਉਹਨੂੰ ਕੋਈ ਪੈਸਟ ਨਾ ਲੱਗ ਸਕੇ। ਰੂਟ ਸਿਸਟਮ ਇੱਦਾਂ ਦਾ ਹੋਣਾ ਚਾਹੀਦਾ ਸਟੋਕ ਦਾ ਸੋ ਦੈਟ ਦੇਅਰ ਵਿਲ ਬੀ ਗ੍ਰੇਟਰ ਐਬਜ਼ੋਰਪਸ਼ਨ ਆਫ ਵਾਟਰ ਐਂਡ ਮਿਨਰਲਸ। ਓਕੇ, ਸਕਾਇਓਨ ਜਿਹੜਾ ਹੈਗਾ ਇੱਦਾਂ ਦੇ ਪਲਾਂਟ ਤੋਂ ਲੈਣਾ ਹੈਗਾ ਕਿ ਉਹਦੇ ਅੰਦਰ ਵੀ ਬੈਟਰ ਕਰੈਕਟਰਸ ਹੋਣ। ਕਿੱਦਾਂ ਦੇ ਬੈਟਰ ਕਰੈਕਟਰਸ, ਜਿੱਦਾਂ ਕਿ ਬੜੀ ਅੱਛੀ ਐਗਜ਼ਾਮਪਲ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਹੋਈ ਹੈ ਕਿ ਦੁਸ਼ਹਿਰੀ ਮੈਂਗੋ ਹੈ ਨਾ। ਤੁਸੀਂ ਅੰਬ ਕਈ ਤਰ੍ਹਾਂ ਦੇ ਸੁਣੇ ਹੋਣੇ ਆ, ਦੁਸ਼ਹਿਰੀ ਮੈਂਗੋ ਹੈ, ਕੁੱਪੀ ਹੈ, ਕਈ ਵੈਰਾਈਟੀਜ਼ ਹੈਗੀਆਂ ਨੇ ਮੈਂਗੋ ਦੀਆਂ। ਸੋ ਸਕਾਇਓਨ ਪੋਰਸ਼ਨ ਤੁਸੀਂ ਲਿਆ ਦੁਸ਼ਹਿਰੀ ਮੈਂਗੋ ਦਾ, ਠੀਕ ਹੈ ਜੀ, ਅਤੇ ਸਟੋਕ ਪੋਰਸ਼ਨ ਕਿੱਥੋਂ ਦੀ ਲਿਆ, ਦੇਸੀ ਮੈਂਗੋ ਦਾ। ਤਾਂ ਦੋ ਤਰ੍ਹਾਂ ਦੇ ਵੈਰਾਈਟੀਜ਼ ਅੰਬ ਦੀਆਂ ਮਿਲਾ ਕੇ ਇੱਕ ਵਧੀਆ ਵੈਰਾਈਟੀ ਦਾ ਅੰਬ ਦਾ ਪੌਦਾ ਤਿਆਰ ਹੋਏਗਾ। ਇਸੇ ਤਰੀਕੇ ਦੇ ਨਾਲ ਹਾਈ ਕੁਆਲਿਟੀ ਦੇ ਰੋਜ਼ਿਸ ਜਿਹੜੇ ਹੈਗੇ ਆ ਉਹਦਾ ਸਕਾਇਓਨ ਲੈ ਕੇ, ਅਤੇ ਜਿਹੜਾ ਸਟੋਕ ਪੋਰਸ਼ਨ ਲੈਣਾ ਹੈਗਾ ਉਹ ਕਿਹੜੇ ਰੋਜ਼ ਦਾ ਲੈਣਾ, ਵਾਈਲਡ ਦਾ। ਸੋ ਇੱਕ ਗੱਲ ਤੁਹਾਨੂੰ ਇੱਥੇ ਆ ਵੀ ਸਮਝ ਆਈ ਹੈ, ਗ੍ਰਾਫਟਿੰਗ ਕਰਨ ਲੱਗਿਆਂ ਸਮਝਦੇ ਪਏ ਹੋ, ਠੀਕ ਹੈ। ਜਿਹੜਾ ਸਟੋਕ ਪੋਰਸ਼ਨ ਲੈਣਾ ਹੈਗਾ ਉਹ ਵਾਈਲਡ ਵੈਰਾਈਟੀ ਦਾ ਲੈਣਾ ਹੁੰਦਾ। ਜੰਗਲੀ ਕਿੰਨੇ ਸਾਰੇ ਗੁਲਾਬ ਜੰਗਲੀ ਉੱਗ ਜਾਂਦੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਅੱਜ ਕੱਲ੍ਹ ਜਿਹੜੇ ਰੋਜ਼ ਆ ਰਹੇ ਉੱਗ ਰਹੇ ਆ ਵਾਈਟ ਕਲਰ ਦੇ, ਪਿੰਕ ਕਲਰ ਦੇ, ਜਿਨ੍ਹਾਂ ਦੀਆਂ ਪੈਟਲਸ ਬੜੀ ਜਲਦੀ ਸ਼ੈਡ ਕਰ ਜਾਂਦੀਆਂ, ਉਹ ਵਾਈਲਡ ਵੈਰਾਈਟੀਜ਼ ਹੁੰਦੀਆਂ ਐਕਚੁਅਲੀ। ਓਕੇ, ਸੋ ਜੋ ਸਕਾਇਓਨ ਪੋਰਸ਼ਨ ਲੈਣਾ ਹੈਗਾ ਉਹ ਹਾਈ ਕੁਆਲਿਟੀ ਵਾਲਾ ਰੋਜ਼ਿਸ ਹੋਣੇ ਚਾਹੀਦੇ, ਵਧੀਆ ਰੋਜ਼ਿਸ ਉੱਗਣ ਹੈ ਨਾ, ਵੱਡੇ ਵੱਡੇ ਫਲਾਵਰ ਹੋਣ ਰੋਜ਼ਿਸ ਦੇ। ਇਸੇ ਤਰੀਕੇ ਦੇ ਨਾਲ ਦੁਸ਼ਹਿਰੀ ਮੈਂਗੋ ਦਾ ਸਕਾਇਓਨ ਪੋਰਸ਼ਨ ਦੁਸ਼ਹਿਰੀ ਮੈਂਗੋ ਤੋਂ ਲੈਣਾ, ਜਿਹੜਾ ਸਟੋਕ ਪੋਰਸ਼ਨ ਹੈਗਾ ਉਹ ਦੇਸੀ ਮੈਂਗੋ ਤੋਂ ਲੈਣਾ। ਤਾਂ ਦੇਖੋ ਦੋਨੋਂ ਵੈਰਾਈਟੀਜ਼ ਮਿਲ ਕੇ ਕਿੰਨੀ ਵਧੀਆ ਵੈਰਾਈਟੀ ਦੇ ਮੈਂਗੋ ਪੈਦਾ ਹੋਣਗੇ ਜਦੋਂ ਗ੍ਰਾਫਟਿੰਗ ਕਰਨੀ ਹੈ, ਠੀਕ ਹੈ। ਸੋ ਸਕਾਇਓਨ ਜਿਹੜਾ ਤੁਸੀਂ ਉੱਪਰ ਪੋਰਸ਼ਨ ਫਿੱਟ ਕਰਨਾ, ਮੈਂ ਤੁਹਾਨੂੰ ਇੱਕ ਵਾਰੀ ਡਾਇਗਰਾਮਸ ਵੀ ਦਿਖਾਉਂਦੀ ਹਾਂ। ਆਹ ਦੇਖੋ, ਇਹ ਸਕਾਇਓਨ ਪੋਰਸ਼ਨ ਹੈ, ਇਹ ਸਟੈਮ ਦਾ ਟੁਕੜਾ ਜਿਹੜਾ ਉੱਪਰ ਲੱਗਣਾ ਹੈ, ਇਹ ਸਟੋਕ ਪੋਰਸ਼ਨ ਹੈ। ਸਮਝਦੇ ਪਏ, ਇੱਦਾਂ ਦਾ ਕੱਟ ਦੇ ਦਿੱਤਾ ਇਹਨੂੰ, ਓਬਲੀਕ ਕੱਟ। ਦੇਖੋ ਨੈਚੁਰਲੀ ਤਾਂ ਹੀ ਦੋਨੋਂ ਇੱਕ ਦੂਸਰੇ ਦੇ ਵਿੱਚ ਫਿੱਟ ਹੋ ਜਾਣਗੇ। ਸਕਾਇਓਨ ਅਤੇ ਸਟੋਕ ਇੱਕ ਦੂਸਰੇ 'ਚ ਫਿੱਟ ਹੋ ਗਏ, ਕੱਲ੍ਹ ਨੂੰ ਇਹਨਾਂ ਨੇ ਸਮੇਂ ਪਾ ਕੇ ਇੱਕ ਪਲਾਂਟ ਬਣ ਜਾਣਾ ਹੈ। ਸਮਝਦੇ ਪਏ ਗੱਲ ਨੂੰ, ਦੋ ਪੀਸਿਸ ਹੈ ਨਾ, ਇਹਨਾਂ ਨੇ ਮਿਲ ਕੇ ਕੱਲ੍ਹ ਨੂੰ ਇੱਕ ਬਣ ਜਾਣਾ ਹੈ। ਇਸੇ ਤਰੀਕੇ ਦੇ ਨਾਲ ਆ ਵੀ ਦੇਖੋ ਇੱਕ ਡਿਫਰੈਂਟ ਟਾਈਪ ਦੀ ਗ੍ਰਾਫਟਿੰਗ ਹੈਗੀ ਹੈ, ਕਰੋਨ ਔਰ ਵੈਜ ਗ੍ਰਾਫਟਿੰਗ ਹੈ। ਬੱਚੇ ਸਾਰੇ ਨੂੰ ਪਤਾ ਹੋਣਾ ਕਰੋਨ ਕਿਹਨੂੰ ਕਹਿੰਦੇ ਆ, ਕਰੋਨ ਤਾਜ ਨੂੰ ਕਹਿੰਦੇ ਆ ਹੈ ਨਾ, ਵੀ ਸਿਰ ਦੇ ਉੱਤੇ ਜਿੱਦਾਂ ਤਾਜ ਹੈ। ਸਮਝਦੇ ਪਏ ਹੋ। ਸੋ ਕਿੰਨਾ ਚੌੜਾ ਪੋਰਸ਼ਨ ਅਸੀਂ ਲਿਆ ਹੈਗਾ ਸਟੋਕ ਦਾ, ਉਹਦੇ 'ਚ ਵੀ ਸ਼ੇਪ ਅਸੀਂ ਕੱਟ ਬਣਾਏ ਆ ਹੈ ਨਾ। ਤਾਂ ਬੱਚੇ ਉੱਪਰ ਭਾਵੇਂ ਵੀ ਸ਼ੇਪ ਕੱਟ ਦਿੱਤਾ ਹੈਗਾ, ਪਰ ਜਿਹੜੇ ਸਕਾਇਓਨ ਹੈਗੇ ਉਹਨਾਂ ਨੂੰ ਵੈਜ ਸ਼ੇਪ ਕੱਟ ਦੇਣਾ ਹੈਗਾ, ਥੋੜ੍ਹਾ ਗੋਲ ਗੋਲ ਕੱਟ ਦੇਣਾ। ਅਤੇ ਦੇਖੋ ਸਕਾਇਓਨ ਕਿਸ ਤਰ੍ਹਾਂ ਫਿੱਟ ਹੋ ਗਏ ਆ। ਇਹ ਕਰੋਨ ਅਤੇ ਵੈਜ ਗ੍ਰਾਫਟਿੰਗ ਦੇ ਲਈ ਸੇਮ ਡਾਇਗਰਾਮਸ ਹੈਗੀਆਂ, ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ, ਠੀਕ ਹੈ ਜੀ। ਅੱਗੇ ਪੜ੍ਹਾਉਂਦੀ ਹਾਂ ਮੈਂ ਤੁਹਾਨੂੰ ਦੱਸਦੀ ਹਾਂ। ਸੋ ਥੋੜ੍ਹਾ ਜਿਹਾ ਅਸੀਂ ਕੀ ਕਰ ਰਹੇ ਸੀ कि ग्राफ्टिंग के दौरान स्कायोन जो पोर्शन है, ठीक है, सो इट्स लेंथ शुड बी 4 to 12 इंचिज़
है ना। सो नैचुरली स्काई ऑन पोर्शन के उपर बर्ड्स, जिवें तुहानूं पहलां भी पढ़ाया, बर्ड्स तो जरूर होणियां चाहीदियां, तां ही नवां प्लांट ग्रो कर सकदा है ना। सो बर्ड्स होणियां चाहीदियां ने, ओके ठीक है। सो इनू कट स्टॉक के कट एंड के उपर स्काई ऑन फिट कर देना, समझते पे। ਉਹਦੇ ਉੱਤੇ ਤੁਸੀਂ ਜਿੱਥੇ ਤੁਸੀਂ ਦੋਨੋਂ ਪੋਰਸ਼ਨਸ ਨੂੰ ਜੋੜਨਾ ਹੈ ਨਾ, ਉਹਦੇ ਤੋਂ ਤੁਸੀਂ ਵੈਕਸ ਜਾਂ ਕਲੇ ਜਿਹੜੀ ਹੈਗੀ ਆ ਉਹ ਚੰਗੀ ਤਰ੍ਹਾਂ ਨਾਲ ਰੈਪ ਕਰ ਦੇਣੀ ਹੈ, ਤਾਂ ਜੋ ਪਾਣੀ ਦੀ ਲੋਸ ਨਾ ਹੋ ਜਾਏ, ਤਾਂ ਜੋ ਕੋਈ ਵੀ ਪੈਥੋਜਨਸ ਡਿਜ਼ੀਜ਼ ਕਾਜ਼ਿੰਗ ਆਰਗੇਨਿਜ਼ਮ ਅੰਦਰ ਐਂਟਰ ਨਾ ਕਰ ਜਾਣ। ਪਰ ਸਟੋਕ ਪੋਰਸ਼ਨ ਤੋਂ ਸਾਰੀਆਂ ਬਰਡਸ ਉਤਾਰ ਦੇਣੀਆਂ ਨੇ, ਓਕੇ ਧਿਆਨ ਨਾਲ ਸੁਣੋ। ਸਕਾਈਓਨ ਪੋਰਸ਼ਨ ਦੇ ਉੱਪਰ ਬਰਡਸ ਹੋਣੀਆਂ ਚਾਹੀਦੀਆਂ, ਕਿਉਂਕਿ ਉਹ ਸਟੈਮ ਵਾਲਾ ਪੋਰਸ਼ਨ ਹੈ, ਉੱਪਰ ਵਾਲਾ ਪੋਰਸ਼ਨ ਹੈ, ਉੱਥੋਂ ਦੀ ਨਵਾਂ ਪਲਾਂਟ ਬਣਨਾ ਹੈ, ਸਮਝਦੇ ਹੋ। ਸਟੋਕ ਪੋਰਸ਼ਨ ਤੋਂ ਸਾਰੀਆਂ ਬਰਡਸ ਉਤਾਰ ਦੇਣੀਆਂ ਨੇ, ਠੀਕ ਹੈ। ਚੰਗੇ ਤਰੀਕੇ ਨਾਲ ਦੋਨੋਂ ਪਾਰਟਸ ਨੂੰ ਜੋੜ ਕੇ ਉੱਪਰੋਂ ਦੀ ਵੈਕਸ ਜਾਂ ਕਲੇ ਦੇ ਨਾਲ ਬੰਨ੍ਹ ਦੇਣਾ ਹੈ। ਕੁਛ ਦਿਨਾਂ ਦੇ ਅੰਦਰ ਅੰਦਰ ਹੀ ਸਕਾਈਓਨ ਅਤੇ ਸਟੋਕ ਜਿਹੜੇ ਹੈ ਉਹ ਕੰਪੋਜ਼ਿਟ ਪਲਾਂਟ ਦਾ ਮਤਲਬ ਇੱਕ ਪਲਾਂਟ ਬਣ ਜਾਣਗੇ। ਬਾਕੀ ਗ੍ਰਾਫਟਿੰਗ ਜਿਹੜੀ ਹੈਗੀ ਆ ਉਹ 4 ਟਾਈਪਸ ਦੀ ਹੁੰਦੀ ਹੈ। ਟੰਗ ਔਰ ਵਿਪ ਗ੍ਰਾਫਟਿੰਗ, ਨਾਮ ਤੋਂ ਪਤਾ ਲੱਗਦਾ, ਦੇਖਿਆ ਆਪਣੀ ਜੀਭ ਨਿਕਾਲ ਕੇ ਦੇਖ ਲਓ, ਇਸ ਤਰ੍ਹਾਂ ਦੀ ਸ਼ੇਪ ਹੁੰਦੀ ਹੈ ਜੀਭ ਦੀ। ਤਾਂ ਦੇਖੋ ਸਕਾਈਓਨ ਅਤੇ ਸਟੋਕ ਪੂਰੀ ਤਰ੍ਹਾਂ ਫਿੱਟ ਹੋ ਗਏ ਇੱਕ ਦੂਸਰੇ ਦੇ ਅੰਦਰ, ਓਬਲੀਕ ਕੱਟ ਦਿੱਤੇ ਆ। ਵੈਜ ਗ੍ਰਾਫਟਿੰਗ ਹੈ, ਠੀਕ ਹੈ ਜੀ। ਜੋ ਸਟੋਕ ਹੈਗਾ ਉਹਨੂੰ ਵੀ ਸ਼ੇਪ ਨੋਚ, ਆ ਦੇਖੋ ਵੀ ਸ਼ੇਪ ਕੱਟ ਦਿੱਤਾ ਹੈਗਾ, ਠੀਕ ਹੈ ਜੀ। ਸੋ ਅਤੇ ਵੈਜ ਸ਼ੇਪ ਕੱਟ ਜਿਹੜਾ ਹੈਗਾ ਸਕਾਈਓਨ ਦੇ ਉੱਤੇ ਵੈਜ ਸ਼ੇਪ ਕੱਟ ਦਿੱਤਾ ਹੈਗਾ, ਸਮਝਦੇ ਹੋ। ਆ ਗੋਲ ਗੋਲ ਵੀ ਦਿੱਤਾ, ਵੀ ਸ਼ੇਪ ਵੀ ਦਿੱਤਾ, ਸਕਾਈਓਨ ਨੂੰ ਵੀ ਵੀ ਸ਼ੇਪ ਕੱਟ ਵੀ ਦਿੱਤਾ। ਬਟ ਇਹ ਕਰੋਨ ਔਰ ਵੈਜ ਗ੍ਰਾਫਟਿੰਗ ਦੀਆਂ ਹੀ ਡਾਇਗਰਾਮਸ ਹੈਗੀਆਂ ਨੇ, ਠੀਕ ਹੈ ਜੀ। ਕਰੋਨ ਗ੍ਰਾਫਟਿੰਗ, ਠੀਕ ਹੈ। ਬਹੁਤ ਸਾਰੇ ਜਿਹੜੇ ਸਕਾਈਓਨਸ ਹੈ, सो +2 क्लास, ठीक है। सो क्रोन ग्राफ्टिंग आपने तुसीं देख ली, साइड ग्राफ्टिंग है ना। सो स्काईओन जो है ये भी वैज शेप्ड कट दिता जाता, ठीक है। तो एक स्लिट लाइक स्ट्रक्चर जोड़ा हैगा वो इदा पतला जिहा स्लिट वर्गा बिल्कुल साइड ਜਿਹੀ ਦੇ ਉੱਤੇ ਸਟੋਕ ਦੇ ਇੱਕ ਕੱਟ ਲਗਾ ਦਿੱਤਾ ਜਾਂਦਾ, ਠੀਕ ਹੈ। ਤੇ ਦੋਨਾਂ ਨੂੰ ਆਪਸ ਦੇ ਵਿੱਚ ਫਿੱਟ ਕਰ ਦਿੱਤਾ ਜਾਂਦਾ। ਮਤਲਬ ਸਿੱਧੀ ਜਿਹੀ ਗੱਲ ਹੈ, ਇਹ ਜਿੰਨੀ ਵੀ ਟਾਈਪਸ ਤੁਹਾਨੂੰ ਪੜ੍ਹਾਈਆਂ ਗ੍ਰਾਫਟਿੰਗ ਦੇ, ਇਹਦੇ ਵਿੱਚੋਂ ਦੀ ਮੈਂ ਦੇਖ ਰਹੀ ਹਾਂ, ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਟੰਗ ਗ੍ਰਾਫਟਿੰਗ ਜਿਹੜੀ ਹੈ ਉਹਦੇ 'ਚ ਸਿਰਫ ਓਬਲੀਕ ਕੱਟ ਦਿੱਤਾ ਜਾਂਦਾ। ਬਾਕੀ ਸਾਰੇ ਜਿਹੜੇ ਹੈਗੇ ਆ ਉਹਨਾਂ ਦੇ 'ਚ ਤਕਰੀਬਨ ਵੈਜ ਸ਼ੇਪ, ਵੀ ਸ਼ੇਪ, ਇਹੀ ਸਾਰੇ ਕੱਟ ਦਿੱਤੇ ਜਾ ਰਹੇ। ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਵੈਜ, ਕਰੋਨ ਅਤੇ ਸਾਈਡ ਗ੍ਰਾਫਟਿੰਗ ਦੇ ਵਿੱਚ। Okay, so there are some examples of the plants in which there is which are grafted by grafting, so mango, rose, apple, rubber, citrus. Okay, now 4th type जो है grafting दी, that is bud grafting। देख रहे हो एक ਸਕਾਈਓਨ ਦਾ ਟੁਕੜਾ ਲਿਆ, ਬਾਰਕ ਆਫ ਸਕਾਈਓਨ, ਹੈ ਨਾ। ਸੋ ਉਹਦੀ ਬਾਹਰੋਂ ਦੀ ਅਸੀਂ ਬਾਰਕ ਉਤਾਰ ਲਈ ਹੈ, ਪਰ ਉਹਦੇ ਅੰਦਰ ਕੀ ਹੈ, ਇੱਕ ਬਡ ਲਾਈਕ ਸਟਰਕਚਰ ਪ੍ਰੈਜ਼ੈਂਟ ਹੈ। ਮੈਨੂੰ ਲੱਗਦਾ ਇੰਨੀ ਤਾਂ ਹੁਣ ਸਮਝ ਆ ਹੀ ਗਈ ਹੈ ਕਿ ਨਿਊ ਪਲਾਂਟਸ ਵੈਜੀਟੇਟਿਵ ਪ੍ਰੋਪੇਗੇਸ਼ਨ ਦੀ ਮਦਦ ਦੇ ਨਾਲ ਜਦੋਂ ਵੀ ਉਗਾਉਣੇ ਹੈ, ਸੋ ਦੇਅਰ ਮਸਟ ਬੀ ਪ੍ਰੈਜ਼ੈਂਸ ਆਫ ਬਰਡਸ, ਹੈ ਨਾ। ਬਰਡਸ ਜ਼ਰੂਰ ਹੋਣੀਆਂ ਚਾਹੀਦੀਆਂ, ਸਮਝਦੇ ਪਏ ਹੋ, ਠੀਕ ਹੈ ਜੀ। ਸੋ ਇੱਕ ਆ ਦੇਖੋ ਟੀ ਸ਼ੇਪ ਕੀ ਕੀਤਾ ਜਾਂਦਾ, ਹੈ ਨਾ। ਸਟੋਕ ਪੋਰਸ਼ਨ ਲਿਆ ਜਾਂਦਾ, ਕਿਸੇ ਵੀ ਪਲਾਂਟ ਦਾ ਸਟੋਕ ਪੋਰਸ਼ਨ, ਉਹਦੇ ਉੱਤੇ ਟੀ ਸ਼ੇਪ ਕੱਟ ਦੇ ਦਿੱਤਾ ਜਾਂਦਾ, ਹੈ ਨਾ। ਇੱਕ ਟੀ ਦੀ ਸ਼ੇਪ ਦੇ ਵਿੱਚ ਸਲਿੱਟ ਬਣਾ ਲਈ ਜਾਂਦੀ ਹੈ, ਠੀਕ ਹੈ ਜੀ। ਉਸ ਟੀ ਸ਼ੇਪ ਦੇ ਅੰਦਰ ਫਿਰ ਬਡ ਜਿਹੜੀ ਹੈਗੀ ਆ ਉਹਨੂੰ ਇਨਸਰਟ ਕਰ ਦਿੱਤਾ ਜਾਂਦਾ। ਇਹ ਸਟੋਕ ਪੋਰਸ਼ਨ ਹੈ, ਉਹਦੇ ਅੰਦਰ ਬਡ ਨੂੰ ਰੱਖ ਦਿੱਤਾ ਜਾਂਦਾ, ਉੱਪਰੋਂ ਦੀ ਇਹਨੂੰ ਰੈਪ ਕਰ ਦਿੱਤਾ ਜਾਂਦਾ। ਥੋੜ੍ਹੇ ਸਮੇਂ ਬਾਅਦ ਕੀ ਕਰਨਾ ਹੈਗਾ ਕਿ ਜਿੱਥੋਂ ਦੀ ਗ੍ਰਾਫਟਿੰਗ ਕੀਤੀ ਹੈ ਨਾ, ਉਸ ਪੋਰਸ਼ਨ ਦੇ ਉੱਪਰੋਂ ਦੀ ਇਹਨੂੰ ਕੱਟ ਕਰ ਲੈਣਾ, ਇਸ ਸਟੋਕ ਦੇ ਟੁਕੜੇ ਨੂੰ, ਠੀਕ ਹੈ। ਥੋੜ੍ਹਾ ਜਿਹਾ ਗ੍ਰਾਫਟਿੰਗ ਤੋਂ ਉੱਪਰ, ਕਿਉਂਕਿ ਬਡ ਦਾ ਵਿੱਚ ਆਉਣੀ ਚਾਹੀਦੀ ਹੈ ਨਾ, ਅਤੇ ਜਦੋਂ ਤੁਸੀਂ ਇਹਨੂੰ ਸੋਇਲ ਦੇ ਵਿੱਚ ਸੋਨ ਕਰੋਗੇ ਦੈਨ ਇਟ ਵਿਲ ਗਰੋ ਇਨਟੂ ਅ ਨਿਊ ਪਲਾਂਟ, ਠੀਕ ਹੈ। ਸੋ ਨਿਊ ਪਲਾਂਟ ਆਉਣ ਦੇ ਲਈ ਨੀਅਰ ਅਬਾਊਟ ਕਿੰਨਾ ਸਮੇਂ ਲੱਗ ਜਾਂਦਾ, 3 to 5 ਵੀਕਸ ਲੱਗ ਜਾਂਦੇ ਆ, ਠੀਕ ਹੈ। ਸੋ ਬਡ ਜਿਹੜੀ ਹੈ ਉਹ ਗਰੋ ਕਰਨਾ ਸ਼ੁਰੂ ਕਰ ਜਾਂਦੀ ਹੈ, ਪੁੰਗਰ ਜਾਂਦੀ ਹੈ, ਸਪਰਾਊਟ ਕਰ ਜਾਂਦੀ ਹੈ। ਓਕੇ, ਸੋ ਰੋਜ਼, ਐਪਲ, ਪੀਚ, ਹੈ ਨਾ। ਇਹ ਥੀਸ ਪਲਾਂਟਸ ਆਰ ਗ੍ਰਾਫਟਡ ਬਾਏ ਬਡ ਗ੍ਰਾਫਟਿੰਗ। ਲਾਸਟ ਮੈਥਡ ਜੋ ਤੁਹਾਡੇ ਕੋਲ ਆ ਗਿਆ, ਸੋ ਪ੍ਰੋਪੇਗੇਸ਼ਨ ਬਾਏ ਪਲਾਂਟ ਟਿਸ਼ੂ ਕਲਚਰ, ਦਿਸ ਇਜ਼ ਆਲਸੋ ਨੋਨ ਐਜ਼ ਮਾਈਕਰੋ ਪ੍ਰੋਪੇਗੇਸ਼ਨ, ਠੀਕ ਹੈ। ਜੋ ਜ਼ਿਆਦਾ ਡਿਫਰੈਂਸ ਨਹੀਂ ਹੈ ਪਲਾਂਟ ਟਿਸ਼ੂ ਕਲਚਰ ਦੇ ਵਿੱਚ ਅਤੇ ਮਾਈਕਰੋ ਪ੍ਰੋਪੇਗੇਸ਼ਨ ਦੇ ਵਿੱਚ। ਸੋ ਐਜ਼ ਯੂ ਕੈਨ ਸੀ, ਸੋ ਦੇਰ ਆਰ ਟੈਸਟ ਟਿਊਬਸ, in the test tube there is nutrient medium which is solidified with agar, ਹੈ ਨਾ। ਸੋ ਐਗਰ ਜੋ ਇੱਕ ਇੱਦਾਂ ਦਾ ਸਬਸਟੈਂਸ ਹੈ, ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ ਸੂਪ ਤਿਆਰ ਕਰਦੇ ਹਾਂ, ਹੈ ਨਾ, ਤਾਂ ਉੱਦਾਂ ਸੂਪ ਥੋੜ੍ਹਾ ਪਤਲਾ ਹੁੰਦਾ, ਉਹਦੇ 'ਚ ਕੀ ਹੈ, ਕੋਰਨ ਫਲੋਰ ਜੇਕਰ ਅਸੀਂ ਪਾ ਲੈਂਦੇ ਹਾਂ, ਜਾਂ ਤਾਂ ਉਹਨਾਂ ਕਿਹਨੂੰ ਕੀ ਕਹਿੰਦੇ, ਅਰਾਰੋਟ, ਹੈ ਨਾ, ਤਾਂ ਉਹ ਥੋੜ੍ਹਾ ਸੰਘਣਾ ਹੋ ਜਾਂਦਾ। ਇਸੇ ਤਰੀਕੇ ਦੇ ਨਾਲ ਨਿਊਟਰੀਐਂਟ ਮੀਡੀਅਮ ਹੈ। ਦੇਖੋ ਅਕਸਰ ਤੁਸੀਂ ਗਰੋਥ ਕਰਵਾ ਰਹੇ ਹੋ
ਨਿਊ ਪਲਾਂਟ ਉਗਾ ਰਹੇ ਹੋ ਕਿਸੇ ਵੀ ਪਲਾਂਟ ਪਾਰਟ ਤੋਂ, ਤਾਂ ਫਿਰ ਉਹਨਾਂ ਨੂੰ ਨਿਊਟਰੀਐਂਟਸ ਤਾਂ ਚਾਹੀਦੇ ਹੈ ਨਾ। ਸੋ ਇਹ ਨਿਊਟਰੀਐਂਟ ਮੀਡੀਅਮ ਹੈਗਾ, ਉਹਦੇ 'ਚ ਤੁਸੀਂ ਐਗਰ ਪਾ ਦਿੱਤਾ, ਠੀਕ ਹੈ। ਸੋ ਕੋਈ ਵੀ ਪਲਾਂਟ ਦਾ ਪਾਰਟ ਲੈ ਲੈਣਾ, ਕੋਈ ਵੀ ਸੈੱਲ, ਟਿਸ਼ੂਜ਼, ਔਰਗਨਸ ਲੈ ਲੈਣੇ ਆ, ਸਮਝਦੇ ਹੋ, ਠੀਕ ਹੈ। ਸੋ ਇਹਦੇ 'ਚ ਪ੍ਰੋਪੇਗੇਸ਼ਨ ਆਫ ਪਲਾਂਟਸ ਹੋ ਰਹੀ ਹੈ ਬਾਈ ਕਲਚਰਿੰਗ ਆਫ ਸੈਲਜ਼, ਟਿਸ਼ੂਜ਼ ਐਂਡ ਔਰਗਨਸ। ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਟਿਸ਼ੂ ਕਲਚਰ, ਕਿਉਂਕਿ ਅਸੀਂ ਇੱਕ ਕਲਚਰ ਮੀਡੀਅਮ ਯੂਜ਼ ਕਰਦੇ ਪਏ ਹਾਂ। ਸੋ ਉਹਦੇ ਵਿੱਚ ਕੋਈ ਵੀ ਅਸੀਂ ਸੈੱਲ, ਟਿਸ਼ੂਜ਼, ਔਰਗਨਸ ਪਾ ਦਿੱਤੇ, ਅਨਡਿਫਰੈਂਸ਼ੀਏਟਡ ਮਾਸ ਆਫ ਸੈੱਲ ਬਣ ਗਿਆ। ਇਹਨੂੰ ਬੱਚੇ ਕਹਿੰਦੇ ਆ ਕੈਲਸ। ਇਹ ਵੀ ਮੈਂ ਤੁਹਾਨੂੰ ਪੜ੍ਹਾਇਆ ਹੋਇਆ। ਤੇ ਟੈਸਟ ਟਿਊਬ ਦੇ ਉੱਪਰ ਕਾਟਨ ਪਲੱਗ ਲਗਾ ਦਿੱਤਾ, ਠੀਕ ਹੈ ਜੀ। ਤਾਂ ਕੈਨਸ ਬਣ ਗਿਆ। ਉਹਦੇ ਵਿੱਚ ਉਹਦੀ ਦੇਖੋ ਰੂਟ ਪੋਰਸ਼ਨ ਨਿਕਲਣਾ ਸ਼ੁਰੂ ਹੋ ਗਿਆ, ਛੋਟੀ ਜੀ ਸ਼ੂਟ ਨਿਕਲਣੀ ਸ਼ੁਰੂ ਹੋ ਗਈ। ਹੁਣ ਅਸੀਂ ਕੈਨਸ ਨੂੰ ਕੀ ਕਹਿਣਾ ਸ਼ੁਰੂ ਕਰ ਦੇਣਾ, ਐਮਬਰੋਇਡ। ਤਾਂ ਜਿੱਦਾਂ ਜਿੱਦਾਂ ਗਰੋਥ ਹੋ ਜਾ ਰਹੀ ਹੈ, ਛੋਟੇ ਛੋਟੇ ਪਲਾਂਟਲੈਟਸ ਬਣਦੇ ਜਾ ਰਹੇ ਆ। ਇਹ ਪਲਾਂਟਲੈਟਸ ਲੈ ਕੇ ਅਸੀਂ ਤਾਂ ਫਿਰ ਇਹਨਾਂ ਨੂੰ ਅਸੀਂ ਵੀ ਕੈਨ ਸੋਨ ਦੈਮ ਇਨ ਦਾ ਸੋਇਲ, ਤਾਂ ਬਿਲਕੁਲ ਨਵਾਂ ਪਲਾਂਟ ਬਣ ਜਾਏਗਾ, ਠੀਕ ਹੈ ਜੀ। ਸੋ ਇਹ ਹੈ ਟਿਸ਼ੂ ਕਲਚਰ। ਸ਼ੁਰੂ ਦੇ ਵਿੱਚ ਜਿਹੜੀ ਕਲਚਰਿੰਗ ਕੀਤੀ ਜਾਂਦੀ ਹੈ ਸੈਲਸ ਦੀ, ਟਿਸ਼ੂਜ਼ ਦੀ, ਮੈਂ ਪਹਿਲਾਂ ਵੀ ਦੱਸਿਆ, ਰਿਜ਼ਲਟਸ ਇਨ ਦਾ ਫਾਰਮੇਸ਼ਨ ਆਫ ਅਨਡਿਫਰੈਂਸ਼ੀਏਟਡ ਮਾਸ ਆਫ ਸੈੱਲ ਵਿਚ ਇਜ਼ ਕਾਲਡ ਕੈਲਸ। ਠੀਕ, ਇਹ ਮੈਂ ਤੁਹਾਨੂੰ ਸਾਰਾ ਸਮਝਾ ਦਿੱਤਾ। ਟਿਸ਼ੂ ਕਲਚਰ ਟੈਕਨੀਕ ਦੀਆਂ ਥੋੜ੍ਹੀਆਂ ਜਿਹੀਆਂ ਯੂਸਫੁਲ ਕਿਸ ਤਰੀਕੇ ਦੇ ਨਾਲ ਹੈਗੀ ਹੈ ਕਿ ਵੀ ਕੈਨ ਪ੍ਰੋਡਿਊਸ ਵਾਇਰਸ ਫਰੀ ਪਲਾਂਟਸ, ਡਿਜ਼ੀਜ਼ ਫਰੀ ਪਲਾਂਟਸ, ਠੀਕ ਹੈ ਜੀ। ਸੋ ਬਿਨਾਂ ਮਤਲਬ ਉਹਨਾਂ ਨੂੰ ਕੋਈ ਵਾਇਰਸ ਨਹੀਂ ਲੱਗਾ ਹੋਏਗਾ, ਕੋਈ ਬਿਮਾਰੀ ਨਹੀਂ ਲੱਗ ਸਕਦੀ ਇੱਦਾਂ ਦੇ ਪਲਾਂਟਸ ਨੂੰ। ਸੋ ਇੱਦਾਂ ਦੇ ਪਲਾਂਟਸ ਅਸੀਂ ਤਿਆਰ ਕਰ ਸਕਦੇ ਹਾਂ, ਠੀਕ ਹੈ। ਸੋ ਮਾਈਕਰੋ ਪ੍ਰੋਪੇਗੇਸ਼ਨ ਕਮਰਸ਼ੀਅਲ ਲੈਵਲ ਦੇ ਉੱਤੇ ਔਰਚਿਡਸ, ਕਾਰਨੇਸ਼ਨ, ਗਲੈਡੀਅਸ, ਕ੍ਰਾਈਜ਼ੈਂਥੀਮਮ, ਇਹਨਾਂ ਪਲਾਂਟਸ ਔਰਨਾਮੈਂਟਲ ਪਲਾਂਟਸ ਦੇ ਵਿੱਚ ਕੀਤੀ ਜਾਂਦੀ ਹੈ, ਠੀਕ। ਇਹਦੇ ਨਾਲ ਕੀ ਹੋ ਰਹੀ ਹੈ, ਕੁਇਕ ਮਲਟੀਪਲੀਕੇਸ਼ਨ ਵੀ ਹੋ ਰਹੀ ਹੈ, ਬੜੀ ਤੇਜ਼ੀ ਦੇ ਨਾਲ ਤੁਸੀਂ ਬਹੁਤ ਸਾਰੇ ਪਲਾਂਟਸ ਜਿਹੜੇ ਉਹ ਗਰੋ ਕਰਵਾ ਸਕਦੇ ਹੋ। ਨਾਓ ਇੰਪੋਰਟੈਂਸ ਆਫ ਵੈਜੀਟੇਟਿਵ ਪ੍ਰੋਪੇਗੇਸ਼ਨ, ਠੀਕ ਹੈ। ਸੋ ਵੈਜੀਟੇਟਿਵ ਪ੍ਰੋਪੇਗੇਸ਼ਨ ਜੋ ਹੈ, ਸੋ ਇਹ ਰਿਪਰੋਡਕਸ਼ਨ ਦਾ ਮੈਥਡ ਹੈ ਪਲਾਂਟਸ ਦੇ ਵਿੱਚ, ਖਾਸ ਤੌਰ 'ਤੇ ਉਹਨਾਂ ਦੇ ਲਈ ਹੈ ਨਾ ਜਿਨ੍ਹਾਂ ਦੇ ਵਿੱਚ ਸੀਡ ਫਾਰਮੇਸ਼ਨ ਨਹੀਂ ਹੁੰਦੀ। ਫੋਰ ਐਗਜ਼ਾਮਪਲ ਬਨਾਨਾ, ਹੈ ਨਾ, ਸੀਡਲੈਸ ਗ੍ਰੇਪਸ। ਅੱਜ ਕੱਲ੍ਹ ਤੁਸੀਂ ਪਹਿਲਾਂ ਦੇਖਦੇ ਸੀ, ਪਹਿਲੇ ਜਿਹੜੇ ਗ੍ਰੇਪਸ ਹੁੰਦੇ ਸੀ ਉਹਨਾਂ ਦੇ ਵਿੱਚ ਮੋਟੇ ਮੋਟੇ ਸੀਡ ਪ੍ਰੈਜ਼ੈਂਟ ਹੁੰਦੇ ਸੀ, ਹੈ ਨਾ। ਸੋ ਅੱਜ ਕੱਲ੍ਹ ਅਸੀਂ ਇਸ ਤਰ੍ਹਾਂ ਦੇ ਗ੍ਰੇਪਸ ਤਿਆਰ ਕਰ ਸਕਦੇ ਹਾਂ। ਸੋ ਉਹਨਾਂ ਦੇ ਵਿੱਚ ਸੀਡਸ ਨਹੀਂ ਹੁੰਦੇ, ਦੇ ਆਰ ਸੀਡਲੈਸ, ਓਕੇ। ਸੈਕਿੰਡ ਪੁਆਇੰਟ ਤੁਹਾਡੇ ਕੋਲ ਇੰਪੋਰਟੈਂਸ ਹੈਗੀ, ਇਹ ਤੁਸੀਂ 10th ਕਲਾਸ ਦੇ ਵਿੱਚ ਵੀ ਪੜ੍ਹੀ ਹੋਈ ਹੈ ਵੈਜੀਟੇਟਿਵ ਪ੍ਰੋਪੇਗੇਸ਼ਨ ਦੀ ਇੰਪੋਰਟੈਂਸ। ਸੋ ਤੁਸੀਂ ਉਹਨਾਂ ਪਲਾਂਟਸ ਨੂੰ ਵੀ ਪ੍ਰੋਡਿਊਸ ਕਰ ਸਕਦੇ ਹੋ ਵੈਜੀਟੇਟਿਵਲੀ ਜਿਨ੍ਹਾਂ ਦੇ ਵਿੱਚ ਵਾਏਬਲ ਸੀਡਸ ਦੀ ਕੁਆਂਟਿਟੀ ਘੱਟ ਹੈ। ਹੁਣ ਵਾਏਬਲ ਸੀਡਸ ਕਿਹੜੇ ਸੀਡਸ ਹੁੰਦੇ ਆ, ਉਹੀ, ਠੀਕ ਹੈ, ਜਿਨ੍ਹਾਂ ਦਾ ਕਿ ਕੋਈ ਪਰਟੀਕੂਲਰ ਟਾਈਮ ਹੁੰਦਾ ਕਿ ਉਹ ਗਰੋ ਕਰ ਸਕਦੇ ਆ। ਜੇਕਰ ਉਹ ਟਾਈਮ ਪੀਰੀਅਡ ਨਿਕਲ ਜਾਏ, ਠੀਕ ਹੈ, ਤਾਂ ਫਿਰ ਉਹ ਜਰਮੀਨੇਟ ਨਹੀਂ ਕਰ ਸਕਦਾ। ਸੋ ਥਰਡ ਤੁਹਾਡੇ ਕੋਲ ਆ ਗਿਆ ਜਿਨ੍ਹਾਂ ਪਲਾਂਟਸ ਦੇ ਵਿੱਚ ਪੂਅਰ ਸੀਡ ਵਾਇਬਿਲਿਟੀ। ਦੇਖੋ ਇਹੀ ਬਾਰ-ਬਾਰ ਟਰਮਸ ਆ ਰਹੀਆਂ, ਦੇਖੋ 3 ਪੁਆਇੰਟ ਹੈ ਉਹਨਾਂ ਦੇ ਵਿੱਚ ਉਹੀ ਗੱਲ ਚੱਲੀ ਜਾ ਰਹੀ ਹੈ ਕਿ ਇਫ ਦਾ ਪਲਾਂਟਸ ਆਰ ਸੀਡਲੈਸ, ਓਕੇ। ਸੈਕਿੰਡ ਤੁਹਾਡੇ ਕੋਲ ਆ ਗਿਆ ਇਫ ਦਾ ਪਲਾਂਟਸ ਹੈਵ ਸਮਾਲ ਕੁਆਂਟਿਟੀ ਆਫ ਵਾਇਬਲ ਸੀਡਸ, ਹੈ ਨਾ। ਤੀਸਰਾ ਪੁਆਇੰਟ ਤੁਹਾਡੇ ਕੋਲ ਕੀ ਆ ਗਿਆ, ਪੂਅਰ ਸੀਡ ਵਾਇਬਿਲਿਟੀ ਹੈ ਨਾ। ਉਹਦਾ ਕੀ ਮਤਲਬ ਹੈ, ਮਤਲਬ ਸੀਡ ਡੋਰਮੈਂਸੀ। ਇੱਕ ਟਰਮ ਕੀ ਹੁੰਦੀ ਹੈ, ਸੀਡ ਡੋਰਮੈਂਸੀ। ਸੀਡ ਡੋਰਮੈਂਸੀ ਵਿੱਚ ਇਹ ਹੁੰਦੀ ਹੈ ਕਿ ਵੀ ਸੀਡਸ ਜਿਹੜੇ ਹੈਗੇ ਆ ਉਹ ਜਰਮੀਨੇਟ ਹੀ ਕਰਦੇ ਹੀ ਨਹੀਂ ਹੈ, ਇਸ ਤਰ੍ਹਾਂ ਹੀ ਜ਼ਮੀਨ ਦੇ ਵਿੱਚ ਪਏ ਰਹਿੰਦੇ ਆ ਨਾ। ਹੋ ਸਕਦਾ ਕਿ ਉਹਨਾਂ ਦੀ ਵਾਇਬਿਲਿਟੀ ਜਿਹੜੀ ਹੈਗੀ ਆ ਉਹ ਜ਼ਿਆਦਾ ਦੇਰ ਦੇ ਲਈ ਨਹੀਂ ਸੀ, ਉਹ 2-3 ਦਿਨਾਂ ਤੱਕ ਨਹੀਂ ਸੀ ਸਰਵਾਈਵ ਕਰ ਸਕਦੇ ਨਾ। ਸੀਡ ਦੇ ਅੰਦਰ ਵੀ ਤਾਂ ਇੱਕ ਛੋਟਾ ਜਿਹਾ ਐਂਬਰੀਓ ਪ੍ਰੈਜ਼ੈਂਟ ਹੁੰਦਾ। ਜੇਕਰ ਐਂਬਰੀਓ ਲਿਵਿੰਗ ਹੋਏਗਾ ਤਾਂ ਹੀ ਨਵਾਂ ਪਲਾਂਟ ਬਣੇਗਾ ਨਾ ਸੀਡ ਤੋਂ। ਜੇਕਰ ਐਂਬਰੀਓ ਮਰ ਗਿਆ ਤਾਂ ਫਿਰ ਸੀਡ ਨੇ ਜਰਮੀਨੇਟ ਨਹੀਂ ਕਰਨਾ, ਤਾਂ ਉਹਨੂੰ ਅਸੀਂ ਫਿਰ ਕੀ ਕਹਿ ਦਿੰਦੇ ਹਾਂ ਕਿ ਸੀਡ ਦੀ ਕੀ ਹੋ ਗਈ ਹੈ, ਸੀਡ ਡੋਰਮੈਂਸੀ ਹੋ ਗਈ ਹੈ, ਓਕੇ, ਠੀਕ ਹੈ। ਸੋ ਪਰ ਜਿਹੜੇ ਸੀਡਸ ਫਿਰ ਜ਼ਿਆਦਾ ਦੇਰ ਤੱਕ ਨਹੀਂ ਰਹਿ ਸਕਦੇ ਉਹਨਾਂ 'ਚ ਸੀਡ ਡੋਰਮੈਂਸੀ ਆ ਜਾਂਦੀ ਹੈ। ਸੋ ਇਸ ਕਰਕੇ ਫਿਰ ਇੱਦਾਂ ਦੇ ਪਲਾਂਟਸ ਵੈਜੀਟੇਟਿਵ ਮੈਥਡ ਦੇ ਨਾਲ ਹੀ ਗਰੋ ਕਰਵਾਏ ਜਾਂਦੇ ਆ, ਹੈ ਨਾ। ਸੋ ਇੱਕ ਰੈਪਿਡ, ਈਜ਼ੀਅਰ ਅਤੇ ਮਹਿੰਗਾ ਨਹੀਂ ਹੈ, ਲੈਸ ਐਕਸਪੈਂਸਿਵ ਮੈਥਡ ਹੈ, ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਇਹਦੇ 'ਤੇ। ਫੋਰਥ ਤੁਹਾਡੇ ਕੋਲ ਆ ਗਿਆ ਗ੍ਰੇਟੈਸਟ ਐਡਵਾਂਟੇਜ ਤੁਹਾਡੇ ਕੋਲ ਆ ਗਿਆ ਵੈਜੀਟੇਟਿਵ ਪ੍ਰੋਪੇਗੇਸ਼ਨ ਦਾ। ਸੋ ਪਲਾਂਟ ਬਾਇਓਟਾਈਪ। ਇਹ ਕੀ ਹੈ, ਹੁਣ ਇਹਦੇ 'ਚ ਤਾਂ ਬਹੁਤ ਬਾਇਓ ਦੇ ਵਿੱਚ ਤਾਂ ਇੰਨੀਆਂ ਕੁ ਟਰਮਸ ਆਉਣੀਆਂ ਹੈ ਨਾ ਤੁਹਾਨੂੰ, ਅਲੱਗ-ਅਲੱਗ ਤਰ੍ਹਾਂ ਦੀਆਂ ਤੋਂ ਯਾਦ ਰੱਖਣੀਆਂ ਪੈਣੀਆਂ। ਸੋ ਵੈਜੀਟੇਟਿਵ ਪ੍ਰੋਪੇਗੇਸ਼ਨ ਦੇ ਵਿੱਚ ਕੀ ਹੈ, ਪਲਾਂਟ ਬਾਇਓਟਾਈਪ ਦਾ ਮਤਲਬ ਕਿ ਓਰੀਜਨਲ ਪਲਾਂਟ ਜਿਹੜਾ ਸੀਗਾ ਅਸੀਂ ਚਾਹੁੰਦੇ ਹਾਂ ਉਹਦੇ ਕਰੈਕਟਰਿਸਟਿਕਸ ਰਿਟੇਨ ਰਹਿਣ, ਉਹ ਇੱਦਾਂ ਦਾ ਇੱਦਾਂ ਹੀ ਸਾਡੇ ਕੋਲ ਰਵੇ, ਇਨਡੈਫੀਨੇਟਲੀ ਮਲਟੀਪਲਾਈ ਕਰੇ ਬਿਨਾਂ ਕਿਸੇ ਚੇਂਜ ਤੋਂ, ਓਕੇ। ਖਾਸ ਤੌਰ 'ਤੇ ਚੇਂਜਿਸ ਉਹਨਾਂ ਪਲਾਂਟਸ ਦੇ ਵਿੱਚ ਆਉਂਦੀਆਂ ਜਿਨ੍ਹਾਂ 'ਚ ਕਿਹੜੀ ਸੈੱਲ ਡਿਵੀਜ਼ਨ ਹੁੰਦੀ ਹੈ, ਮਿਓਸਿਸ ਹੁੰਦੀ ਹੈ, ਸਿਨਗੈਮੀ ਹੁੰਦੀ ਹੈ। ਫਿਫਥ ਪੁਆਇੰਟ ਤੁਹਾਡੇ ਕੋਲ ਆ ਗਿਆ, ਸੋ ਫਿਜ਼ੀਕੋ ਕੈਮੀਕਲ ਟਰੀਟਮੈਂਟਸ, ਹੈ ਨਾ, ਵੀ ਅਸੀਂ ਬਹੁਤ ਸਾਰੇ ਕੈਮੀਕਲਸ ਅਪਲਾਈ ਕੀਤੇ ਸੀ, ਐਕਸ-ਰੇਜ਼ ਅਸੀਂ ਦਿੱਤੀਆਂ ਪਲਾਂਟਸ ਨੂੰ, ਹੈ ਨਾ। ਬਹੁਤ ਸਾਰੀਆਂ ਇਨਵਾਇਰਮੈਂਟਲ ਵੇਰੀਏਸ਼ਨਸ ਆਈਆਂ ਜਿਵੇਂ ਕਿ ਹਾਈ ਟੈਂਪਰੇਚਰ, ਲੋ ਟੈਂਪਰੇਚਰ, ਠੀਕ ਹੈ ਜੀ। ਸੋ
ਇਹ ਵੀ ਆਸਾਨੀ ਦੇ ਨਾਲ ਸਟੱਡੀ ਕੀਤੀਆਂ ਜਾ ਸਕਦੀਆਂ ਵੈਜੀਟੇਟਿਵਲੀ ਪ੍ਰੋਪੇਗੇਟਡ ਪਲਾਂਟਸ ਦੇ ਵਿੱਚ ਕਿ ਕੀ ਅਸਰ ਪਿਆ ਇਹਨਾਂ ਦੇ ਉੱਪਰ ਕੈਮੀਕਲਸ ਦਾ। ਲਾਸਟ ਪੁਆਇੰਟ ਤੁਹਾਡੇ ਕੋਲ ਆ ਗਿਆ ਵੈਜੀਟੇਟਿਵ ਪ੍ਰੋਪੇਗੇਸ਼ਨ ਜਿਹੜੀ ਤੁਸੀਂ ਪਲਾਂਟ ਟਿਸ਼ੂ ਕਲਚਰ ਮੈਥਡ ਦੇ ਨਾਲ ਕੀਤੀ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਠੀਕ ਹੈ, ਕਿ ਅਸੀਂ ਡਿਜ਼ੀਜ਼ ਫ੍ਰੀ ਪਲਾਂਟਸ ਪੈਦਾ ਕਰ ਸਕਦੇ ਹਾਂ ਇਸ ਟੈਕਨੀਕ ਦੇ ਨਾਲ। ਅਨਲਿਮਟਿਡ ਨੰਬਰ ਆਫ ਪਲਾਂਟਸ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਹੀ ਬਹੁਤ ਸਾਰੇ ਪਲਾਂਟਸ ਅਸੀਂ ਪੈਦਾ ਕਰ ਸਕਦੇ ਹਾਂ। ਸੋ ਇਹ ਸੀ ਬੱਚੇ ਤੁਹਾਡੇ ਕੋਲ ਸਾਰੀ ਦੀ ਸਾਰੀ ਕੀ ਏ ਸੈਕਸ਼ੂਅਲ ਰੀਪਰੋਡਕਸ਼ਨ, ਠੀਕ ਹੈ ਜੀ। ਸੋ ਅੱਗੇ ਤੁਹਾਡੇ ਕੋਲ ਹੁਣ ਆ ਗਿਆ ਸੈਕਸ਼ੂਅਲ ਰੀਪਰੋਡਕਸ਼ਨ ਹੈ ਨਾ। ਸੋ ਇੰਨਾ ਕੁ ਤਾਂ ਪਤਾ ਹੀ ਹੋਏਗਾ, 10th ਕਲਾਸ ਦੇ ਵਿੱਚ ਵੀ ਪੜ੍ਹੀ ਸੀ। ਸੋ ਬਾਕੀ ਮੈਂ ਤੁਹਾਨੂੰ ਪਹਿਲਾਂ ਟੇਬਲ ਬਾਅਦ ਦੇ ਵਿੱਚ ਦਿਖਾਉਂਦੀ ਹਾਂ। ਤੁਸੀਂ ਪਹਿਲਾਂ ਇੱਥੇ ਡੈਫੀਨੇਸ਼ਨ ਦੇਖਣੀ ਹੈ ਜੋ ਬੁੱਕ ਦੇ ਵਿੱਚ ਦਿੱਤੀ ਹੋਈ ਹੈ ਸੈਕਸ਼ੂਅਲ ਰੀਪਰੋਡਕਸ਼ਨ ਦੀ। ਸੋ ਇਟ ਇਜ਼ ਅ ਕਾਈਂਡ ਆਫ ਰੀਪਰੋਡਕਸ਼ਨ that occurs between the two individuals। ਤੇ ਮੈਨੂੰ ਲੱਗਦਾ ਕਿ ਇੰਨਾ ਕਿਤੇ ਪਤਾ ਹੀ ਹੋਏਗਾ ਕਿ ਉਹ ਦੋ ਇੰਡੀਵਿਜੂਅਲਸ ਸੈਕਸ਼ੂਅਲ ਰਿਪਰੋਡਕਸ਼ਨ ਦੇ ਲਈ ਕੀ ਨੇ, ਮੇਲ ਐਂਡ ਫੀਮੇਲ, ਓਕੇ, ਐਂਡ ਇਨਵੋਲਵਿੰਗ ਵਿਚ ਡਿਵੀਜ਼ਨ ਮਿਓਸਿਸ। ਤੇ ਮਿਓਸਿਸ ਡਿਵੀਜ਼ਨ ਦੇ ਦੌਰਾਨ ਕੀ ਹੁੰਦਾ, ਹਾਫ ਕ੍ਰੋਮੋਸੋਮਸ ਹੋ ਜਾਂਦੇ ਆ, ਹੈ ਨਾ, ਪੈਰੈਂਟਲ ਕ੍ਰੋਮੋਸੋਮਸ ਹਾਫ ਹੋ ਜਾਂਦੇ ਆ। ਜਿੱਦਾਂ ਕਿ ਜੇਕਰ ਸਾਡਾ ਕ੍ਰੋਮੋਸੋਮ ਨੰਬਰ ਹਿਊਮਨ ਬੀਇੰਗ ਦਾ 46 ਹੈ, ਇਹ ਪਤਾ ਹੈ ਕਿ ਨਹੀਂ, 46 ਕ੍ਰੋਮੋਸੋਮ ਨੰਬਰ ਹੈ ਨਾ। ਤਾਂ 23 ਅਸੀਂ ਆਪਣੇ ਫਾਦਰ ਤੋਂ ਲਏ ਹੈ, 23 ਅਸੀਂ ਕ੍ਰੋਮੋਸੋਮਸ ਆਪਣੀ ਮਦਰ ਤੋਂ ਲਏ ਹੈ। ਤਾਂ ਕਿੰਨੇ ਕ੍ਰੋਮੋਸੋਮ ਨੰਬਰ ਹੋ ਗਿਆ ਸਾਡਾ 46, ਹਾਫ, ਓਕੇ। ਸੋ ਕ੍ਰੋਮੋਸੋਮਸ ਇਨਸਾਈਡ ਦਾ ਹਾਫਿੰਗ ਆਫ ਦਾ ਪੈਰੈਂਟਲ ਕ੍ਰੋਮੋਸੋਮਸ ਇਨਸਾਈਡ ਦਾ ਮੇਲ ਐਂਡ ਫੀਮੇਲ ਗੈਮੀਟਸ ਐਂਡ देयर subsequent fusion resulting in the restoration of the original parental number of chromosomes causing an increased genetic diversity। ਸਮਝਦੇ ਹੋ। ਹੁਣ ਇਹ ਛੋਟੀ ਕਲਾਸ ਨਹੀਂ ਹੈਗੀ ਕਿ ਬਸ ਹਾਂਜੀ ਜੀ ਸਿੰਪਲ ਜੀ ਡੈਫੀਨੇਸ਼ਨ ਆ ਜਾਣੀ ਹੈ, ਓਕੇ। ਸੋ ਇਹਦੇ ਵਿੱਚ ਅਸੀਂ ਦੱਸਿਆ ਕਿ ਕ੍ਰੋਮੋਸੋਮ ਨੰਬਰ ਪਹਿਲਾਂ ਹਾਫ ਹੋ ਜਾਂਦੇ ਆ, ਅਤੇ ਜਦੋਂ ਇੰਡੀਵਿਜੂਅਲ ਬਣ ਜਾਂਦਾ ਅਤੇ ਉਹਦੇ ਅੰਦਰ ਕੀ ਹੈ ਪੈਰੈਂਟਲ ਕ੍ਰੋਮੋਸੋਮਸ ਹੈਗੇ, ਦੋਨੋਂ ਪੇਰੈਂਟਸ ਦੇ ਕ੍ਰੋਮੋਸੋਮਸ ਆ ਜਾਂਦੇ ਆ, ਠੀਕ ਹੈ। ਤਾਂ ਨੈਚੁਰਲੀ ਜੈਨੇਟਿਕ ਡਾਇਵਰਸਿਟੀ ਤਾਂ ਆਣੀ ਹੀ ਆਣੀ ਹੈ। ਬੱਚਾ ਜਿਹੜਾ ਹੈਗਾ ਪੇਰੈਂਟਸ ਤੋਂ ਡਿਫਰੈਂਟ ਹੋਏਗਾ, ਕਿਉਂ, ਕਿਉਂਕਿ ਬੱਚੇ ਦੇ ਅੰਦਰ 23 ਕ੍ਰੋਮੋਸੋਮ ਮਦਰ ਤੋਂ ਆਏ ਆ, 23 ਕ੍ਰੋਮੋਸੋਮ ਫਾਦਰ ਤੋਂ ਆਏ ਆ। ਤਾਂ ਬੱਚੇ ਦੇ ਅੰਦਰ ਦੋਨੋਂ ਪੇਰੈਂਟਸ ਦੇ ਕ੍ਰੋਮੋਸੋਮਸ ਆਏ ਆ, ਓਕੇ। ਹੁਣ ਸੈਕਸ਼ੂਅਲ ਰਿਪਰੋਡਕਸ਼ਨ ਦੇ ਲਈ ਥੋੜ੍ਹੀਆਂ ਜਿਹੀਆਂ ਟਰਮਸ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਬੱਚੇ। ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਿਆ ਬਾਈਸੈਕਸ਼ੂਅਲ ਟਰਮ ਆਈ ਤੁਹਾਡੇ ਕੋਲ। ਉਹ ਔਰਗੈਨਿਜ਼ਮਸ, ਠੀਕ ਹੈ, ਜਿਨ੍ਹਾਂ ਦੇ ਵਿੱਚ ਦੋ ਤਰ੍ਹਾਂ ਦੇ ਗੈਮੀਟਸ ਪੈਦਾ ਹੁੰਦੇ ਆ। ਸੇਮ ਇੰਡੀਵਿਜੂਅਲ ਦੋ ਤਰ੍ਹਾਂ ਦੇ ਗੈਮੀਟਸ ਪੈਦਾ ਕਰ ਰਿਹਾ ਬੱਚੇ, ਉਹਨਾਂ ਨੂੰ ਕੀ ਕਹਿੰਦੇ ਆ, ਬਾਈਸੈਕਸ਼ੂਅਲ। ਬਾਈ ਮੀਨਸ ਟੂ, ਠੀਕ ਹੈ ਜੀ। ਸੋ ਇੱਕ ਹੀ ਇੰਡੀਵਿਜੂਅਲ ਦੋਨੋਂ ਤਰ੍ਹਾਂ ਦੇ ਗੈਮੀਟਸ ਪੈਦਾ ਕਰ ਰਿਹਾ, ਮੇਲ ਵੀ ਅਤੇ ਫੀਮੇਲ ਵੀ, ਉਹਨੂੰ ਕਹਾਂਗੇ ਬਾਈਸੈਕਸ਼ੂਅਲ। ਯੂਨੀਸੈਕਸ਼ੂਅਲ ਮੇਲ ਗੈਮੀਟ ਜੋ ਹੈਗਾ ਪ੍ਰੋਡਿਊਸਡ ਕੀਤਾ ਜਾਂਦਾ ਬਾਏ ਮੇਲ ਪੇਰੈਂਟਸ, ਅਤੇ ਫੀਮੇਲ ਗੈਮੀਟ ਪ੍ਰੋਡਿਊਸਡ ਕੀਤਾ ਜਾਂਦਾ ਬਾਏ ਦਾ ਫੀਮੇਲ ਪੇਰੈਂਟਸ, ਹੈ ਨਾ। ਜਿਵੇਂ ਸਾਡੇ ਦੇ ਵਿੱਚ ਮੇਲ ਜਿਹੜੇ ਹੁੰਦੇ ਆ ਅਲੱਗ ਹੈ, ਪਤਾ ਲੱਗ ਜਾਂਦਾ ਕਿ ਇਹ ਮੇਲ ਹੈ। ਫੀਮੇਲਸ ਬਿਲਕੁਲ ਅਲੱਗ ਹੁੰਦੀਆਂ, ਨਹੀਂ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਫੀਮੇਲ ਹੈਗੀ ਹੈ। ਸੋ ਅਸੀਂ ਕੀ ਹਾਂ, ਸਾਡੇ 'ਚ ਫੀਮੇਲ ਸੈਕਸ ਅਲੱਗ ਹੈ, ਮੇਲ ਸੈਕਸ ਅਲੱਗ ਹੈ, ਤਾਂ ਅਸੀਂ ਕੀ ਹੈਗੇ ਹਾਂ, ਯੂਨੀਸੈਕਸ਼ੂਅਲ। ਜਾਈਗੋਟ ਮੇਲ ਐਂਡ ਫੀਮੇਲ ਗੈਮੀਟਸ ਫਿਊਜ਼ ਕਰ ਜਾਂਦੇ ਆ ਅਤੇ ਮਿਲ ਕੇ ਕੀ ਬਣਾ ਦਿੰਦੇ ਆ, ਜਾਈਗੋਟ ਡਿਪਲੋਇਡ ਸਟਰਕਚਰ। ਅੱਗੇ ਤੁਹਾਡੇ ਕੋਲ ਆ ਗਿਆ ਯੂਵੇਨਾਈਲ ਫੇਜ਼, ਓਕੇ। ਸੋ ਯੂਵੇਨਾਈਲ ਫੇਜ਼ ਕਿਹੜਾ ਫੇਜ਼ ਹੈ, ਦਾ ਪੀਰੀਅਡ ਆਫ ਦਾ ਗਰੋਥ ਬਿਟਵੀਨ ਦਾ ਬਰਥ ਐਂਡ ਅਪ ਟੂ, ਇਹ ਸਾਰੇ ਤੁਸੀਂ ਪਹਿਲਾਂ ਵੀ ਪੜ੍ਹੇ ਹੋਏ ਆ, ਪਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਹਾਂ। ਤੁਸੀਂ ਯੂਵੇਨਾਈਲ ਫੇਜ਼ ਤਾਂ ਪੜ੍ਹਿਆ ਸੀ ਵੀ ਹਾਂਜੀ, ਵੀ ਜਿਹੜੇ ਹਿਊਮਨ ਬੀਇੰਗਸ ਹੁੰਦੇ ਆ ਜਾਂ ਜਾਨਵਰ ਹੁੰਦੇ ਆ ਉਹਨਾਂ ਦੇ ਵਿੱਚ ਯੂਵੇਨਾਈਲ ਫੇਜ਼ ਮੰਨ ਲਓ ਇੱਕ ਹੈਗਾ। ਸੋ ਪੀਰੀਅਡ ਆਫ ਗਰੋਥ ਬਿਟਵੀਨ ਦਾ ਬਰਥ ਅਪ ਟੂ ਦਾ ਰੀਪਰੋਡਕਟਿਵ ਮੈਚੋਰਿਟੀ, ਹੈ ਨਾ। ਸੋ ਜਦੋਂ ਤੋਂ ਬਰਥ ਹੋਇਆ ਅਤੇ ਜਦੋਂ ਤੱਕ ਬੰਦਾ ਰੀਪਰੋਡਿਊਸ ਨਹੀਂ ਕਰਨ ਲੱਗ ਪਿਆ ਉਹਨੂੰ ਅਸੀਂ ਯੂਵੇਨਾਈਲ ਫੇਜ਼ ਕਹਿੰਦੇ ਸੀ। ਬਟ ਜਿਹੜੇ ਪਲਾਂਟਸ ਹੁੰਦੇ ਆ ਨਾ ਉਹਦੇ ਵਿੱਚ ਨਹੀਂ ਹੁੰਦਾ ਯੂਵੇਨਾਈਲ ਫੇਜ਼, ਉਹਨੂੰ ਅਸੀਂ ਕਹਿੰਦੇ ਵੈਜੀਟੇਟਿਵ ਫੇਜ਼। ਪਲਾਂਟ ਦੀ ਜ਼ਿੰਦਗੀ ਦੇ ਵਿੱਚ ਦੋ ਤਰ੍ਹਾਂ ਦੇ ਹੀ ਫੇਜ਼ ਆਉਂਦੇ ਆ ਬੱਚੇ, ਇੱਕ ਵੈਜੀਟੇਟਿਵ ਫੇਜ਼, ਇੱਕ ਰੀਪਰੋਡਕਟਿਵ ਫੇਜ਼। ਵੈਜੀਟੇਟਿਵ ਫੇਜ਼ ਕਦੋਂ, ਜਦੋਂ ਉਹਦੀ ਸਿਰਫ ਗਰੋਥ ਹੁੰਦੀ ਹੈ, ਉਹ ਹਾਈਟ ਦੇ ਵਿੱਚ ਵੱਧਦਾ ਹੈ, ਲੰਬਾ ਹੋ ਜਾਂਦਾ, ਉਹਦੀਆਂ ਬ੍ਰਾਂਚਿਸ ਨਿਕਲ ਆਉਂਦੀਆਂ, ਹੈ ਨਾ। ਅਤੇ ਰੀਪਰੋਡਕਟਿਵ ਫੇਜ਼ ਕਦੋਂ ਆ ਜਾਂਦਾ ਉਹਦਾ, ਜਦੋਂ ਉਹਦੇ ਉੱਤੇ ਫਲਾਵਰ ਆ ਜਾਂਦੇ ਆ। ਸੋ ਗੱਲ ਸਮਝ ਗਏ। ਸੋ ਪਲਾਂਟਸ ਦੇ ਵਿੱਚ ਵੈਜੀਟੇਟਿਵ ਫੇਜ਼ ਕਿਹੜਾ ਫੇਜ਼ ਹੈਗਾ, ਦਾ ਪੀਰੀਅਡ ਆਫ ਗਰੋਥ ਬਿਟਵੀਨ ਦਾ ਸੀਡ ਜਰਮੀਨੇਸ਼ਨ ਅਪ ਟੂ ਦਾ ਇਨੀਸ਼ੀਏਸ਼ਨ ਆਫ ਦਾ ਫਲਾਵਰਿੰਗ, ਹੈ ਨਾ। ਜਦੋਂ ਤੋਂ ਸੀਡ ਜਰਮੀਨੇਟ ਕਰ ਗਿਆ ਅਤੇ ਪੌਦੇ ਦੇ ਉੱਤੇ ਫੁੱਲ ਨਹੀਂ ਆ ਗਏ, ਉਹ ਪੀਰੀਅਡ ਕਿਹੜਾ ਪੀਰੀਅਡ ਹੁੰਦਾ, ਵੈਜੀਟੇਟਿਵ ਫੇਜ਼ ਹੁੰਦਾ, ਠੀਕ ਹੈ ਜੀ। ਅੱਗੇ ਤੁਹਾਨੂੰ ਮੈਂ ਦੋ ਇੰਪੋਰਟੈਂਟ ਡੈਫੀਨੇਸ਼ਨਸ ਦੱਸਣਾ ਚਾਹੁੰਦੀ ਹਾਂ, ਮੈਂਸਟਰੁਅਲ ਸਾਈਕਲ ਅਤੇ ਓਸਟਰਸ ਸਾਈਕਲ। ਅਕਸਰ ਇਹਦੇ ਵਿੱਚੋਂ ਦੀ 1 ਮਾਰਕਸ ਕੁਐਸਚਨ ਪੁੱਛਿਆ ਜਾਂਦਾ, ਹੈ ਨਾ, ਕਿ ਮੈਂਸਟਰੁਅਲ ਸਾਈਕਲ ਕਿੰਨਾ ਚ ਹੁੰਦਾ ਹੈ ਅਤੇ ਓਸਟਰਸ ਸਾਈਕਲ ਕਿੰਨਾ ਚ ਹੁੰਦਾ ਹੈ ਨਾ। ਸੋ ਮੈਂਸਟਰੁਅਲ ਸਾਈਕਲ ਬੱਚੇ ਪਤਾ ਤੁਸੀਂ ਯੂ ਆਰ ਫੀਮੇਲਸ, ਤਾਂ ਤੁਹਾਨੂੰ ਸਾਰਾ ਪਤਾ ਹੈਗਾ। ਸੋ ਜਿਹੜੇ ਪ੍ਰਾਈਮੇਟਸ ਹੁੰਦੇ ਆ, ਪ੍ਰਾਈਮੇਟਸ ਜਿਵੇਂ ਕਿ ਮੌਂਕੀਜ਼, ਏਪਸ ਅਤੇ ਹਿਊਮਨਸ,
ਫੀਮੇਲ ਜਿਹੜੀਆਂ ਹੈਗੀਆਂ ਹਿਊਮਨ ਫੀਮੇਲ, ਤਾਂ ਉਹਨਾਂ ਦੇ ਅੰਦਰ ਮੈਂਸਟਰੁਅਲ ਸਾਈਕਲ ਹੁੰਦਾ। ਉਹਦੇ 'ਚ ਤੁਹਾਨੂੰ ਪਤਾ ਆਪਾਂ ਡਿਟੇਲ 'ਚ ਵੀ ਪੜ੍ਹਾਂਗੇ 3rd ਚੈਪਟਰ 'ਚ ਕੀ ਹੁੰਦਾ ਮੈਂਸਟਰੁਅਲ ਸਾਈਕਲ, ਕਿਸ ਕਿਸ ਤਰੀਕੇ ਨਾਲ ਕਿੰਨੇ ਦਿਨਾਂ ਦਾ ਹੁੰਦਾ। ਓਸਟਸ ਸਾਈਕਲ ਜਿਹੜਾ ਹੈਗਾ ਨੋਨ ਪ੍ਰਾਈਮੇਟਸ ਦੇ ਵਿੱਚ ਹੁੰਦਾ। ਨੋਨ ਪ੍ਰਾਈਮੇਟਸ ਦੇ ਵਿੱਚ ਕਿਹੜੇ ਮੈਮਲਸ ਆ ਜਾਂਦੇ ਆ, ਦੁੱਧ ਦੇਣ ਵਾਲੇ ਜਾਨਵਰ ਆ ਜਾਂਦੇ, ਕਿਹੜੇ ਕਾਓ, ਠੀਕ ਹੈ। ਇੱਥੇ ਗਲਤ ਲਿਖਿਆ ਗਿਆ ਮੇਰੇ ਕੋਲੋਂ, ਕਰੋ ਨਹੀਂ ਹੈ, ਕਾਓ ਆਉਣਾ ਸੀ ਇੱਥੇ, ਠੀਕ ਹੈ ਜੀ, ਠੀਕ ਕਰ ਲਿਓ। ਕਾਓਜ਼, ਸ਼ੀਪ, ਰੈਟਸ, ਡੀਅਰਸ, ਡੌਗਸ, ਟਾਈਗਰ, ਇਹ ਸਾਰੇ ਕਿਹੜੇ ਮੈਮਲਸ ਹੈ, ਇਹ ਨੋਨ ਪ੍ਰਾਈਮੇਟ ਮੈਮਲਸ ਹੈਗੇ ਆ। ਇਹਨਾਂ 'ਚ ਬੱਚੇ ਓਸਟਰਸ ਸਾਈਕਲ ਚੱਲਦਾ। ਓਸਟਰਸ ਸਾਈਕਲ ਅਤੇ ਮੈਂਸਟਰੁਅਲ ਸਾਈਕਲ ਦਾ ਤੁਹਾਨੂੰ ਡਿਫਰੈਂਸ ਵੀ ਹੈਗਾ। ਇਹ ਮੈਂਸਟਰੁਅਲ ਸਾਈਕਲ ਦੇ ਵਿੱਚ ਬਲੀਡਿੰਗ ਹੁੰਦੀ ਹੈ, ਓਸਟਰਸ ਸਾਈਕਲਸ ਦੇ ਵਿੱਚ ਇਹਨਾਂ ਨੂੰ ਬਲੀਡਿੰਗ ਨਹੀਂ ਹੁੰਦੀ ਹੈ। ਇਹ ਇੱਕ ਤਰ੍ਹਾਂ ਦਾ ਇਹਨਾਂ ਦਾ ਹੀਟ ਪੀਰੀਅਡ ਹੁੰਦਾ ਹੈ ਨਾ। ਸੈਕਸ਼ੁਅਲ ਸਾਈਕਲ ਚੱਲਣ ਦਾ ਇੱਕ ਪੀਰੀਅਡ ਹੁੰਦਾ ਕਿ ਇਹਦੇ ਦੌਰਾਨ, ਠੀਕ ਹੈ, ਇਹਨਾਂ ਨੂੰ ਅਰਕ ਪੈਦਾ ਹੁੰਦੀ ਹੈ ਬੱਚੇ ਪੈਦਾ ਕਰਨ ਦੀ, ਹੈ ਨਾ। ਸੋ ਮੈਂਸਟਰੁਅਲ ਸਾਈਕਲ ਅਤੇ ਓਸਟਰਸ ਸਾਈਕਲ ਦਾ ਕਿਸੇ ਵੇਲੇ ਤੁਹਾਨੂੰ ਡਿਫਰੈਂਸ ਵੀ ਦੱਸ ਦਾਂਗੇ, ਠੀਕ ਹੈ ਜੀ। ਸੋ ਅੱਗੇ ਤੁਹਾਡੇ ਕੋਲ ਆ ਗਿਆ ਇਵੈਂਟਸ ਇਨ ਸੈਕਸ਼ੁਅਲ ਰੀਪਰੋਡਕਸ਼ਨ। ਡੈਫੀਨੇਸ਼ਨ ਹੋ ਗਈ ਹੈ ਕੀ ਇਵੈਂਟਸ ਜਿਹੜੇ ਹੈਗੇ ਆ ਸੈਕਸ਼ੁਅਲ ਰਿਪਰੋਡਕਸ਼ਨ ਦੇ ਦੌਰਾਨ ਹੁੰਦੇ ਆ, ਠੀਕ ਹੈ। ਇਹ ਦੱਸਣ ਤੋਂ ਪਹਿਲਾਂ, ਹੈ ਨਾ, ਇਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦੀ ਹਾਂ। ਜਿਵੇਂ ਮੈਂ ਤੁਹਾਨੂੰ ਉੱਪਰ ਥੋੜ੍ਹੀਆਂ ਟਰਮਸ ਦੱਸ ਦਿੱਤੀਆਂ, ਮੈਂ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ ਸੈਕਸ਼ੁਅਲ ਰਿਪਰੋਡਕਸ਼ਨ ਦੀ ਨਾ ਬੁੱਕ ਤੋਂ ਵੀ ਦੱਸਣਾ ਚਾਹੁੰਦੀ ਹਾਂ। ਹੋ ਗਿਆ ਸਾਰੇ ਉੱਪਰ ਵਾਲੇ, ਯੂਵੇਨਾਈਲ ਫੇਜ਼, ਵੈਜੀਟੇਟਿਵ ਫੇਜ਼, ਰੀਪਰੋਡਕਟਿਵ ਫੇਜ਼। ਦੇਖੋ ਬੱਚੇ ਅਸੀਂ ਬੁੱਕ ਤੋਂ ਵੀ ਪੜ੍ਹਾ ਰਹੇ ਹਾਂ, ਹੈ ਨਾ, ਨੋਟਸ ਵੀ ਨਾਲ ਨਾਲ ਥੋੜ੍ਹੇ ਥੋੜ੍ਹੇ ਤੁਹਾਨੂੰ ਅਸੀਂ ਦੇ ਰਹੇ ਹਾਂ, ਤਾਂ ਤੁਹਾਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ, ਹੈ ਨਾ। ਸੋ ਪਲਾਂਟਸ ਦੇ ਕੇਸ ਦੇ ਵਿੱਚ, ਹੈ ਨਾ, ਜਿੱਦਾਂ ਹੀ ਸੀਡ ਜਰਮੀਨੇਟ ਕਰ ਦਿੰਦਾ ਉਹਦਾ ਵੈਜੀਟੇਟਿਵ ਫੇਜ਼ ਸ਼ੁਰੂ ਹੋ ਜਾਂਦਾ। ਨਹੀਂ, ਰੂਟਸ ਬਣ ਜਾਂਦੀਆਂ, ਸ਼ੂਟਸ ਬਣ ਜਾਂਦੀਆਂ, ਹੈ ਨਾ, ਸ਼ੂਟ ਸਟੈਮ ਬਣ ਜਾਂਦੀ ਹੈ, ਉਹਦੇ 'ਤੇ ਬ੍ਰਾਂਚਿਸ ਆ ਜਾਂਦੀਆਂ, ਲੀਵਸ ਆ ਜਾਂਦੇ ਆ। ਕਾਫੀ ਲੰਬੇ ਸਮੇਂ ਤੱਕ ਇਹ ਫੇਜ਼ ਚੱਲ ਸਕਦਾ ਹੈਗਾ, ਹੈ ਨਾ। ਐਨੂਅਲਸ ਤੁਹਾਨੂੰ ਪਤਾ ਹੀ ਹੈ, 1 ਸਾਲ ਦੇ ਅੰਦਰ ਅੰਦਰ ਹੀ, 1 ਸੀਜ਼ਨ ਦੇ ਅੰਦਰ ਅੰਦਰ ਇਹਨਾਂ ਨੂੰ ਫੁੱਲ ਆ ਜਾਂਦੇ ਆ, ਫਿਰ ਖਤਮ ਹੋ ਜਾਂਦੇ ਆ। ਬਾਈਨੀਅਲਸ ਨੂੰ ਦੂਸਰੇ ਸਾਲ ਜਾ ਕੇ ਫੁੱਲ ਆਉਂਦੇ ਆ, ਹੈ ਨਾ। ਸੋ ਐਨੂਅਲਸ ਅਤੇ ਬਾਈਨੀਅਲਸ ਜਿਹੜੇ ਹੈਗੇ ਆ ਫਲਾਵਰਿੰਗ ਆਉਣ ਤੋਂ ਬਾਅਦ ਖਤਮ ਹੋ ਜਾਂਦੇ ਆ, ਹੈ ਨਾ। ਸੋ ਜਿਹੜੇ ਮਤਲਬ ਕਹਿੰਦਾ ਕਿ ਐਨੂਅਲਸ ਅਤੇ ਬਾਈਨੀਅਲਸ ਜਿਹੜੇ ਹੈਗੇ ਉਹਨਾਂ ਦਾ ਕਲੀਅਰ ਕੱਟ ਵੈਜੀਟੇਟਿਵ ਫੇਜ਼ ਵੀ ਹੈ, ਰੀਪਰੋਡਕਟਿਵ ਫੇਜ਼ ਵੀ ਹੈ, ਸੈਨੀਸੈਂਟ ਫੇਜ਼ ਵੀ ਹੈਗਾ, ਓਕੇ। ਜਦ ਕਿ ਜਿਹੜੇ ਪੈਰੀਨੀਅਲਸ ਹੁੰਦੇ ਆ ਉਹਨਾਂ ਨੂੰ ਬੜੇ ਸਾਲ ਲੱਗ ਜਾਂਦੇ ਆ, ਹੈ ਨਾ, ਗਰੋ ਕਰਨ 'ਚ ਹੀ, ਮਚਿਓਰ ਹੋਣ 'ਚ ਹੀ, ਫਿਰ ਉਹਨਾਂ 'ਚ ਫਲਾਵਰਿੰਗ ਆਉਂਦੀ ਹੈ। ਜਿਵੇਂ ਕਿ ਇਸ ਤਰੀਕੇ ਦੇ ਨਾਲ ਤਾਂ ਇਹਨਾਂ ਨੂੰ ਬੜਾ ਸਮੇਂ ਲੱਗ ਜਾਂਦਾ, ਠੀਕ ਹੈ ਨਾ। ਤਾਂ ਇਸ ਕਰਕੇ ਇਹ ਲੰਬੇ ਸਮੇਂ ਤੱਕ ਰਹਿ ਸਕਦੇ ਆ ਨੈਚੁਰਲੀ। ਫਿਰ ਇਹ ਪਲਾਂਟਸ ਦਾ ਇਹਦਾ ਮਤਲਬ ਕਿ ਆਪਣੀ 50 ਤੋਂ ਲੈ ਕੇ 100 ਸਾਲ ਦੇ ਵਿੱਚ ਇਹਦਾ ਮਤਲਬ ਇੱਕ ਵਾਰੀ ਹੀ ਉਹ ਫਲਾਵਰਿੰਗ ਹੋਏਗੀ ਉਹਨਾਂ ਨੂੰ। ਇਹਦੇ 'ਚ ਸਭ ਤੋਂ ਬੈਸਟ ਐਗਜ਼ਾਮਪਲ ਹੈਗੀ ਬੈਂਬੂ। ਤੁਸੀਂ ਸੁਣਿਆ ਹੋਣਾ, ਬਾਂਸ ਜਿਹੜਾ ਹੈਗਾ ਬੱਚੇ ਇੱਕ ਇਹਦਾ ਅਚਾਰ ਬਣਦਾ ਹੈਗਾ, ਹੈ ਨਾ। ਤਾਂ ਇਹ ਆਕਸੀਜਨ ਵੀ ਬਹੁਤ ਜ਼ਿਆਦਾ ਛੱਡਦਾ, ਪਿਊਰੀਫਾਈ ਕਰਦਾ ਸਾਡੇ ਐਟਮੋਸਫੀਅਰ ਨੂੰ, ਬਾਂਸ, ਹੈ ਨਾ, ਬੈਂਬੂ। ਸੋ ਇਹਨੂੰ ਦੇਖੋ, ਇੱਕ ਜ਼ਿੰਦਗੀ 'ਚ ਇੱਕ ਵਾਰੀ ਹੀ ਇਹਨੂੰ ਫਲਾਵਰ ਲੱਗਣੇ ਆ। ਕਿਉਂ? ਕਿਉਂਕਿ ਇਹਨੂੰ 50 ਤੋਂ ਲੈ ਕੇ 100 ਸਾਲ ਲੱਗ ਜਾਂਦੇ ਇਹਦੀ ਵੈਜੀਟੇਟਿਵ ਗਰੋਥ ਨੂੰ ਹੀ। ਕਿੰਨਾ ਪੈਰੀਨੀਅਲ ਹੈ, ਹੈ ਨਾ, ਠੀਕ ਹੈ। ਸੋ ਫਿਰ ਮੁੜ ਕੇ ਇੱਕ ਵਾਰੀ ਇਹਨੂੰ ਕੱਟ ਲਿਆ ਜਾਂਦਾ ਇਹਦੀ ਸਟੈਮਸ ਨੂੰ, ਅਤੇ ਮੁੜ ਕੇ ਫਿਰ ਦੁਬਾਰਾ ਤੋਂ ਹੀ ਉਗਾਉਣਾ ਪਏਗਾ। ਇਹਦੀ ਗਰੋਥ ਆਪਣੇ ਆਪ ਨਹੀਂ ਹੋਣੀ ਹੈਗੀ। ਇਸੇ ਤਰੀਕੇ ਦੇ ਨਾਲ ਇੱਕ ਤੁਹਾਡੇ ਕੋਲ ਸਟਰੇਂਜ ਪਲਾਂਟ ਹੈਗਾ, ਠੀਕ ਹੈ, ਕਿਹੜਾ? ਸਟ੍ਰੋਬੀਲੈਂਥਸ ਕੰਥੀਆਨਾ, ਠੀਕ ਹੈ। ਸੋ ਇਹ ਕੀ ਹੈ, 12 ਸਾਲਾਂ ਦੇ ਵਿੱਚ ਇੱਕ ਵਾਰੀ ਹੀ ਇਹਨੂੰ ਫੁੱਲ ਲੱਗਦੇ ਹੈ। ਖਾਸ ਤੌਰ 'ਤੇ ਕਦੋਂ, ਠੀਕ ਹੈ, ਕਦੋਂ ਲੱਗੇ ਸੀ? ਪਹਿਲਾਂ ਸਤੰਬਰ ਤੋਂ ਅਕਤੂਬਰ ਮੰਥ ਦੇ ਵਿੱਚ ਲੱਗੇ ਸੀ 2006 'ਚ, ਹੈ ਨਾ। ਕੇਰਲਾ ਦੇ ਹਿੱਲੀ ਏਰੀਆਜ਼ ਦੇ ਵਿੱਚ ਇਹ ਪਲਾਂਟ ਪਾਇਆ ਜਾਂਦਾ। ਦੇਖੋ 12 ਸਾਲਾਂ 'ਚ ਕਿੱਥੇ ਜਾ ਕੇ ਇੱਕ ਵਾਰੀ, ਓਕੇ। ਸੋ ਇਹ ਸੀਗੇ ਬਹੁਤ ਸਾਰੇ ਕੀ ਪੈਰੀਨੀਅਲ ਪਲਾਂਟਸ। ਬਾਅਦ ਦੇ ਵਿੱਚ ਅਸੀਂ ਡਿਟੇਲ 'ਚ ਪੜ੍ਹਾਂਗੇ, ਠੀਕ ਹੈ। ਸੋ ਇਵੈਂਟਸ ਇਨ ਦਾ ਸੈਕਸ਼ੁਅਲ ਰਿਪਰੋਡਕਸ਼ਨ, ਇੱਥੇ ਤੱਕ ਤੁਸੀਂ ਸੁਣਨਾ।